कभी सोचा भी नहीं सी भी सियासत का सफ़र MP की तुसीं गल कीती आ, तो कभी ये नहीं सोचा सी भी काउंसलर बनना आ। 2007 ਦੇ ਵਿੱਚ ਜਦੋਂ ਚੋਣ ਹੋਈ ਤਾਂ ਮੈਂ ਆਪਣੇ ਜੀਵਨ ਸਾਥੀ ਮਨਵੀਨ ਦੇ ਨਾਲ, ਆਪਣੇ ਮਾਤਾ ਪਿਤਾ ਉਸਤਾਦ ਜਸਪਾਲ ਸਿੰਘ ਜੀ ਢੇਸੀ, ਦਲਵਿੰਦਰ ਕੌਰ ਢੇਸੀ, ਉਹਨਾਂ ਦੇ ਨਾਲ ਗੱਲਬਾਤ ਜਦੋਂ ਕੀਤੀ ਸਾਰਿਆਂ ਨਾਲ, ਉਹ ਕਹਿੰਦੇ ਵੀ ਜ਼ਰੂਰ ਕਰਨਾ ਚਾਹੀਦਾ ਆ ਵੀ ਇਹਦੇ ਨਾਲ ਤੁਹਾਨੂੰ ਜਿਹੜਾ ਆਪਣੇ ਭਾਈਚਾਰੇ ਦੇ ਵਿੱਚ, ਕਮਿਊਨਿਟੀ ਦੇ ਵਿੱਚ ਜੋ ਯੋਗਦਾਨ ਆਪਣਾ ਜਿੰਨਾ ਵੀ ਥੋੜ੍ਹਾ ਬਹੁਤਾ ਪਾ ਸਕਦੇ ਆ ਉਹ ਪਾਉਣ ਦਾ ਮੌਕਾ ਮਿਲਦਾ ਆ। ਸੋ ਮੈਨੂੰ ਇਸ ਗੱਲ ਦਾ ਇਲਮ ਹੈ ਕਿ 100 ਸਾਲ 200 ਸਾਲ ਪਹਿਲਾਂ ਕਿਸੇ ਮੈਂਬਰ ਆਫ ਪਾਰਲੀਮੈਂਟ ਨੇ ਕੀ ਕਿਹਾ, ਉੱਥੇ ਕਿਵੇਂ ਹੋਇਆ। ਸੋ ਜ਼ਿੰਮੇਵਾਰੀ ਨੂੰ ਮੁੱਖ ਰੱਖਦੇ ਹੋਇਆ ਮੈਂ ਤਾਂ ਹਮੇਸ਼ਾ ਇਹੀ ਕਰਦਾ ਹੁੰਦਾ ਹਾਂ ਵੀ ਕਿਸੇ ਵੀ ਵਿਸ਼ੇ ਬਾਰੇ, ਹੁਣ ਮੈਂ ਦਰਜਨਾਂ ਵਿਸ਼ਿਆਂ ਦੇ ਬਾਰੇ ਉੱਥੇ ਗੱਲਬਾਤ ਕੀਤੀ ਹੈ, ਚਾਹੇ ਉਹ ਸਲੋ ਦੇ ਨਾਲ ਸੰਬੰਧਿਤ ਹੋਣ, ਚਾਹੇ UK ਦੇ ਨਾਲ, ਚਾਹੇ ਯੂਰਪ ਦੇ ਨਾਲ, ਚਾਹੇ ਉਹ ਇੱਥੇ USA ਹੁਣ ਆਪਾਂ ਬੈਠੇ ਹਾਂ, ਚਾਹੇ ਇੱਥੇ ਇਹਦੇ ਨਾਲ ਕੋਈ ਕੈਨੇਡਾ ਦੇ ਬਾਰੇ, ਕੋਈ ਇੰਡੀਆ ਦੇ ਬਾਰੇ, ਕੋਈ ਵੀ ਜਿਹੜਾ ਮਸਲਾ, ਚਾਹੇ ਉਹ ਸਿੱਖ ਮਸਲੇ ਹੋਣ, ਪੰਜਾਬ ਪ੍ਰਤੀ ਮਸਲੇ ਹੋਣ, ਉਹ ਜਦੋਂ ਮੈਂ ਫਿਰ ਪੜ੍ਹਦਾ ਹਾਂ ਫਿਰ ਮੈਨੂੰ ਇਸ ਗੱਲ ਦਾ ਇਲਮ ਹੁੰਦਾ ਵੀ ਤਕਰੀਬਨ ਮੇਰੀ ਰਾਏ ਕਿੱਥੇ ਬਣਦੀ ਆ। ਸੋ ਇਹ ਵਿਦਿਆਰਥੀ, ਇਤਿਹਾਸ ਦੇ ਵਿਦਿਆਰਥੀ ਹੋਣ ਦੇ ਨਾਤੇ ਤਾਂ ਮੈਂ ਬਹੁਤ ਸਮਾਂ ਪਹਿਲਾਂ ਹੀ ਸਿੱਖ ਗਿਆ ਸੀ ਕਿ ਤੁਸੀਂ ਕਿਸੇ ਵੀ ਚੀਜ਼ ਦੇ ਬਾਰੇ ਸਭ ਤੋਂ ਪਹਿਲਾਂ ਤਾਂ ਖੋਜ ਕਰੋ, ਤਾਂ ਜਦੋਂ ਤੁਹਾਨੂੰ ਪਤਾ ਲੱਗੇ ਤਾਂ ਫਿਰ ਉਹਦੇ ਬਾਰੇ ਗੱਲਬਾਤ ਕਰਨ ਦਾ ਜਿਹੜਾ ਮਜ਼ਾ ਹੁੰਦਾ, ਜਿਹੜਾ ਨਜ਼ਾਰਾ ਹੁੰਦਾ, ਉਹ ਅਲੱਗ ਹੀ ਹੁੰਦਾ ਆ। ਸੋ ਬੇਬਾਕ ਤਰੀਕੇ ਨਾਲ ਤੁਸੀਂ ਤਦ ਹੀ ਗੱਲ ਕਰ ਸਕਦੇ ਆ ਜੇ ਤੁਹਾਨੂੰ ਉਸ ਗੱਲ ਦੇ ਬਾਰੇ ਇਲਮ ਹੋਵੇ। ਜਿੰਨੇ ਵੀ ਦੁਨੀਆ ਭਰ ਦੇ ਵਿੱਚ ਜੋ ਦੇਖ ਰਹੇ ਨੇ ਔਨਲਾਈਨ ਵੀ, ਉਹਨਾਂ ਨੂੰ ਮੈਂ ਇਹੀ ਬੇਨਤੀ ਕਰੂੰਗਾ ਕਿ ਤੁਸੀਂ ਦੇਖੋ, ਬੱਚਿਆਂ ਨੂੰ ਜ਼ਰੂਰ ਜੋੜੋ ਆਪਣੀ ਪੰਜਾਬੀ ਮਾਂ ਬੋਲੀ ਦੇ ਨਾਲ। ਜੋ ਸਿੱਖ ਨੇ ਉਹ ਸਿੱਖੀ ਦੇ ਨਾਲ ਵੀ ਉਹਨਾਂ ਨੂੰ ਜੋੜਨ, ਗੁਰਬਾਣੀ ਦੇ ਨਾਲ ਜੋੜਨ। ਦੁਨੀਆ ਭਰ ਦੇ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹ ਜਿਹੜਾ ਇਹ ਸਿੰਘ ਆ ਵੀ ਇਹ ਵੀ ਕੋਈ ਕਾਬਲੀਅਤ ਇਹਨਾਂ ਦੇ ਵਿੱਚ ਕੋਈ ਹੈਗੀ ਆ, ਤਾਂ ਇਹ ਸਾਰਿਆਂ ਦੇ ਲਈ ਆਵਾਜ਼ ਸਮੇਂ-ਸਮੇਂ 'ਤੇ ਉਠਾਉਂਦੇ ਨੇ। ਇਹ ਦੇਖੋ, ਸਿੱਖ ਭਾਈਚਾਰੇ ਦਾ ਇਹ ਬਹੁਤ ਖਾਸੀਅਤ ਹੈ ਕਿ ਆਪਣਾ ਜਿਹੜੀ ਗੁੱਡਵਿਲ ਜਿਹਨੂੰ ਕਹਿੰਦੇ ਹੁੰਦੇ ਵੀ ਇੱਕ ਜਿਹੜਾ ਪਿਆਰ ਆਪਾਂ ਉਹ ਖਿੱਚਦੇ ਹਾਂ ਹੋਰਨਾਂ ਲਈ, ਕਿਉਂਕਿ ਆਪਾਂ ਸਿਰਫ ਆਪਣੇ ਹੱਕਾਂ ਲਈ ਨਹੀਂ ਖੜ੍ਹਦੇ, ਆਪਾਂ ਹੋਰਨਾਂ ਦੇ ਹੱਕਾਂ ਲਈ ਵੀ ਖੜ੍ਹਦੇ ਹਾਂ, ਸਰਬਤ ਦੇ ਭਲੇ ਦੇ ਲਈ ਕਾਰਜ ਕਰਦੇ ਹਾਂ। ਹੁਣ ਦੇਖੋ, ਉਹਨਾਂ ਨੇ ਮੁਸਲਿਮ ਔਰਤਾਂ ਦੇ ਪ੍ਰਤੀ ਮਾੜੀ ਸ਼ਬਦਾਵਲੀ ਵਰਤੀ ਸੀ ਕਿ ਦੇਖੋ ਇਹ ਲੱਗਦੇ ਇੱਦਾਂ ਜਿੱਦਾਂ ਵੀ ਕੋਈ ਡਾਕੂ ਹੁੰਦੇ ਨੇ ਬੈਂਕ ਦੇ, ਜਾਂ ਕੋਈ ਲੈਟਰ ਬਾਕਸ ਆ ਵੀ ਜਿੱਥੇ ਆਪਾਂ ਚਿੱਠੀ ਪਾਈ ਦੀ ਆ, ਵੀ ਇੱਦਾਂ ਦੀ ਮਾੜੀ ਸ਼ਬਦਾਵਲੀ ਉਹਨਾਂ ਨੇ ਉਹਨਾਂ ਪ੍ਰਤੀ ਵਰਤੀ, ਉਹਨਾਂ ਦੇ ਪਹਿਰਾਵੇ ਕਰਕੇ ਵੀ ਜੇ ਕੋਈ ਨਿਕਾਬ ਪਾਉਂਦਾ ਜਾਂ ਹਿਜਾਬ ਪਾਉਂਦਾ। ਸੋ ਤਦੀ ਮੈਂ ਪਾਰਲੀਮੈਂਟ ਦੇ ਵਿੱਚ ਖੜ੍ਹ ਕੇ ਇਹੀ ਗੱਲ ਆਖੀ ਸੀ ਕਿ ਦੇਖੋ ਸਪੀਕਰ ਸਾਹਿਬ, ਚਾਹੇ ਮੈਂ ਦਸਤਾਰ ਪਾਉਣਾ ਚਾਹਵਾਂ ਜਾਂ ਤੁਸੀਂ ਕ੍ਰੋਸ ਪਾਵੋ, ਜਾਂ ਕੋਈ ਹੋਰ ਆਪਣੇ ਇੱਥੇ ਯਹੂਦੀ ਜਿਹੜੇ ਜੂਇਸ਼ ਵੀਰ ਆ ਵੀ ਉਹ ਕਿੱਪਾ ਜਿਹੜੀ ਸਕਲ ਕੈਪ ਹੁੰਦੀ ਆ ਵੀ ਉਹ ਪਾਉਣ, ਜਾਂ ਕੋਈ ਇੱਥੇ ਮੁਸਲਿਮ ਹਿਜਾਬ ਜਾਂ ਨਕਾਬ ਪਾਉਣ। ਇਹਦਾ ਮਤਲਬ ਇਹ ਬਣ ਗਿਆ ਕਿ ਜਿੰਨੇ ਵੀ ਇੱਥੇ MP ਨੇ ਉਹ ਜੋ ਮਰਜ਼ੀ ਅਵਾ ਤਵਾ ਬੋਲੀ ਜਾਣ, ਕਿ ਉਹਨਾਂ ਨੂੰ ਓਪਨ ਲਾਇਸੈਂਸ ਮਿਲ ਗਿਆ, ਜਿਹਦੇ ਕਰਕੇ ਸਾਡੇ ਕੋਈ ਟਮਾਟਰ, ਕੋਈ ਅੰਡੇ ਸਾਡੇ 'ਤੇ ਸਿੱਟੇ ਗਏ, ਸਾਡੇ ਪਹਿਰਾਵੇ ਕਰਕੇ। ਵੀ ਤੁਸੀਂ ਜੋ ਸਾਡੇ ਲਈ ਆਵਾਜ਼ ਚੱਕੀ ਆ, ਬਹੁਤ ਬਹੁਤ ਧੰਨਵਾਦੀ ਹਾਂ। ਸਿੱਖ ਤੁਸੀਂ ਬਹੁਤ ਵਧੀਆ ਬੰਦੇ ਆ। ਤਾਂ ਇਹ ਭਾਈਚਾਰੇ ਦਾ ਨਾਮ, ਇਹ ਭਾਈਚਾਰਕ ਸਾਂਝ ਇੱਦਾਂ ਬਣ ਜਾਂਦੀ ਆ ਵੀ ਜਦੋਂ ਆਪਾਂ ਕਿਸੇ ਹੋਰ ਦੇ ਹੱਕਾਂ ਲਈ ਖੜ੍ਹਦੇ ਹਾਂ। ਅੱਜ ਸਾਡੇ ਨਾਲ ਨੇ ਇੰਗਲੈਂਡ ਦੇ ਪਹਿਲੇ ਦਸਤਾਰਧਾਰੀ MP ਸਰਦਾਰ ਤਨਮਨਜੀਤ ਸਿੰਘ ਢੇਸੀ। ਜਾਣ ਪਹਿਚਾਣ ਤੁਸੀਂ ਸਾਰੀ ਜਾਣਦੇ ਹੋ। ਅੱਜ ਆਪਾਂ ਗੱਲਬਾਤ ਕਰਦੇ ਹਾਂ। ਢੇਸੀ ਸਾਹਿਬ, ਸਭ ਤੋਂ ਪਹਿਲੇ ਤਾਂ ਤੁਹਾਡਾ ਸਤਲੁਜ TV ਵਿੱਚ ਅਸੀਂ ਸਵਾਗਤ ਕਰਦੇ ਹਾਂ। ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਿਹਰਬਾਨੀ ਜੀ। ਇਹ ਦੱਸੋ ਵੀ ਇੱਕ ਆਮ ਘਰ 'ਚੋਂ ਪੈਦਾ ਹੋ ਕੇ ਜੀ ਤੇ MP ਤੱਕ ਦਾ ਸਫ਼ਰ ਸਟਾਰਟ, ਜਿਹੜਾ ਇੱਕ ਅਸੀਂ ਕੋਈ ਵੀ ਕਹਿਣ ਵੱਡੀ ਮੰਜ਼ਿਲ 'ਤੇ ਪਹੁੰਚਣਾ ਹੋਵੇ, ਉਹਦਾ ਜਿਹੜਾ ਕਦਮ ਹੈ ਇੱਕ ਤੋਂ ਸਟਾਰਟ ਹੁੰਦਾ, ਉਹ ਪਹਿਲਾ ਕਦਮ ਕੀ ਸੀ? ਇਹ ਦੇਖੋ, ਇਹ ਜਿਹੜਾ ਜ਼ਿੰਦਗੀ ਦਾ ਸਫ਼ਰ ਆ, ਇਹਦੇ ਵਿੱਚ ਬਹੁਤ ਵਿਅਕਤੀਆਂ ਦਾ ਯੋਗਦਾਨ ਆ। ਇਹ MP ਦਾ ਬਣਦਾ ਜਿਹੜਾ ਸਫ਼ਰ ਆ, ਇਹ ਬਹੁਤ ਲੰਬਾ ਹੁੰਦਾ ਆ। ਪਰ ਮੈਂ ਸਮਝਦਾ ਕਿ ਇਹਦੇ ਵਿੱਚ, ਜਿਵੇਂ ਮੈਂ ਜ਼ਿਕਰ ਕੀਤਾ ਵੀ ਬਹੁਤ ਵਿਅਕਤੀਆਂ ਦਾ ਹੱਥ, ਜਿਵੇਂ ਕਿ ਸਾਡੇ ਮਾਤਾ ਪਿਤਾ, ਜਿਸ ਤਰੀਕੇ ਨਾਲ ਉਹਨਾਂ ਨੇ ਨਾ ਸਿਰਫ ਮਿਹਨਤ ਕਰਕੇ ਜਿਸ ਦੇਸ਼ ਦੇ ਵਿੱਚ ਉਹ ਆਏ ਸੀ, ਉਹ ਹੁਣ ਪੰਜਾਬ ਦੀ ਧਰਤੀ ਤੋਂ ਚੱਲ ਕੇ ਇੱਥੇ UK ਦੇ ਵਿੱਚ ਉਹਨਾਂ ਨੇ ਆਪਣੀਆਂ ਜੜ੍ਹਾਂ ਜਿਹੜੀਆਂ ਮਜ਼ਬੂਤ ਕੀਤੀਆਂ।
ਇੱਥੇ ਸਲੋ ਇਲਾਕੇ ਦਾ ਮੇਰਾ ਜਨਮ ਹੋਇਆ, ਜਿੱਥੇ ਸਾਡੇ ਪਿਤਾ ਜੀ ਮਾਤਾ ਜੀ ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜਾ ਆਪਣਾ ਘਰ ਉੱਥੇ ਕਿਰਾਏ 'ਤੇ ਫਿਰ ਖਰੀਦਿਆ। ਫਿਰ ਹੌਲੀ ਹੌਲੀ ਕੰਮ ਕਰਕੇ ਉਹਨਾਂ ਨੇ ਆਪਣਾ ਕਾਰੋਬਾਰ ਵੀ ਸਥਾਪਿਤ ਕੀਤਾ। ਪਰ ਉਹਨਾਂ ਦੀ ਜਿਹੜੀ ਸੋਚ ਸੀਗੀ ਵੀ ਜਦੋਂ ਮੈਂ 4 ਸਾਲਾਂ ਦਾ ਸੀਗਾ, ਉਹਨਾਂ ਨੇ ਮਾਂ ਬਾਪ ਨੇ ਉੱਧਰ ਭੇਜ ਦਿੱਤਾ ਪੰਜਾਬ। ਉੱਥੇ ਮੈਂ ਪੜ੍ਹਿਆ। ਇੰਡੀਆ ਮੈਂ ਤਕਰੀਬਨ 4.5 ਸਾਲ ਰਿਹਾ। ਉੱਥੋਂ ਜਦੋਂ ਮੈਂ ਇੰਡੀਆ ਤੋਂ ਵਾਪਸ ਆਇਆ ਅਤੇ UK ਦੇ ਵਿੱਚ ਬਾਕੀ ਸਾਰੀ ਵਿੱਦਿਆ ਹੋਈ। ਫਿਰ ਯੂਨੀਵਰਸਿਟੀ ਤੋਂ ਬਾਅਦ ਵੀ ਉਹਨਾਂ ਨੇ ਸਾਰਿਆਂ ਨੇ ਸਾਥ ਦਿੱਤਾ। ਸਾਡੇ ਬਜ਼ੁਰਗਾਂ ਦਾ ਵੀ ਬਹੁਤ ਵੱਡਾ ਹੱਥ ਆ। ਜਿਹੜੇ ਸਾਡੇ ਨਾਨਾ ਜੀ ਆ ਉਹ ਅਧਿਆਪਕ ਸੀ ਪੰਜਾਬ 'ਚ। ਇੱਥੇ ਆ ਕੇ ਵੀ ਚਲੋ ਉੱਥੇ ਪੰਜਾਬ 'ਚ ਚਲੋ ਮੁੱਖ ਅਧਿਆਪਕ ਵੀ ਸੀ, ਪਰ ਜਦੋਂ ਇੱਥੇ UK ਦੇ ਵਿੱਚ ਆਏ ਅਤੇ ਉਹਨਾਂ ਨੇ ਉੱਥੇ ਵੀ ਨਾ ਸਿਰਫ ਹੋਰਨਾਂ ਨੂੰ ਪੜ੍ਹਾਇਆ, ਉੱਥੇ ਪੰਜਾਬੀ ਸਕੂਲ ਸਥਾਪਿਤ ਕੀਤਾ, ਪਰ ਸਾਨੂੰ ਘਰ ਦੇ ਵਿੱਚ ਵੀ ਇਹ ਜਿਹੜਾ ਕੋਈ ਨਾ ਕੋਈ ਵਿਸ਼ਾ ਛੇੜੀ ਰੱਖਦੇ ਸੀ, ਚਾਹੇ ਉਹ ਸਮਾਜਿਕ ਆ, ਧਾਰਮਿਕ ਆ, ਰਾਜਸੀ ਆ, ਹਰ ਪੱਖੋਂ ਜੋ ਸਾਨੂੰ ਇੱਕ ਕਿਸਮ ਦਾ ਖਿੱਚ ਹੋ ਰਹੇ ਸੀ। ਜਿੱਦਾਂ ਕਹਿੰਦੇ ਲੋਹਾ ਗਰਮ ਕਰਨਾ ਹੁੰਦਾ, ਤਾਂ ਉਹ ਹੌਲੀ ਹੌਲੀ ਉਹਨੂੰ ਫੌਲਾਦ ਬਣਾਉਣ ਨੂੰ ਬਹੁਤ ਚਿਰ ਲੱਗ ਜਾਂਦਾ। ਪਰ ਉਹਦੇ ਲਈ ਉਹਨਾਂ ਦਾ ਬਹੁਤ ਵੱਡਾ ਮੁੱਲਾ ਯੋਗਦਾਨ ਆ। ਜਦੋਂ ਮੈਂ ਪੰਜਾਬ ਦੇ ਵਿੱਚ ਵੀ ਉੱਥੇ ਪੜ੍ਹਦਾ ਸੀ, ਉੱਥੇ ਸਾਡੇ ਚਾਚਾ ਜੀ ਆ ਸਰਦਾਰ ਪਰਮਜੀਤ ਸਿੰਘ ਜੀ ਰਾਜਪੁਰ, ਜੋ ਇਸ ਸਮੇਂ ਆਦਮਪੁਰ ਤੋਂ SGPC ਮੈਂਬਰ ਨੇ, ਉਹ ਉਸ ਸਮੇਂ ਉੱਥੇ ਸਰਪੰਚ ਹੁੰਦੇ ਸੀ। ਸੋ ਉਹਨਾਂ ਦੇ ਰਾਹੀਂ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ। ਉਹਨਾਂ ਦੇ ਨਾਲ ਸਕੂਟਰ ਦੇ ਵਿੱਚ, ਗੱਡੀ ਦੇ ਵਿੱਚ ਜਾ ਕੇ, ਕਈ ਵਾਰੀ ਪੰਚਾਇਤ ਦੇ ਵਿੱਚ, ਕਈ ਵਾਰੀ ਕਚਹਿਰੀ ਦੇ ਵਿੱਚ, ਕਈ ਵਾਰੀ ਪੁਲਿਸ ਥਾਣੇ, ਕਈ ਕਿਤੇ ਕੋਰਸ ਦੇ ਵਿੱਚ ਹੈਗਾ। ਬਿਲਕੁਲ ਬਿਲਕੁਲ। ਉਹ ਫਿਰ ਜੇ ਕਹਿੰਦੇ ਹੁੰਦੇ ਆ ਵੀ ਮੁੱਢਲੀ ਜਿਹੜੀ ਵਿੱਦਿਆ ਆ ਉਹ ਡੂੰਘਾਈ ਦੇ ਵਿੱਚ ਬਹੁਤ ਵਿਅਕਤੀਆਂ ਨੇ ਦਿੱਤੀ। ਜਿਹੜੇ ਮੇਰੇ ਅਧਿਆਪਕ ਵੀ ਨੇ, ਮੈਂ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ, ਕਿਉਂਕਿ ਉਹਨਾਂ ਨੇ ਵੀ ਸਕੂਲ ਦੇ ਰਾਹੀਂ, ਯੂਨੀਵਰਸਿਟੀ ਦੇ ਰਾਹੀਂ ਬਹੁਤ ਕੁਛ ਉਹਨਾਂ ਨੇ ਆਪਣਾ ਸਮਾਂ ਕੱਢ ਕੇ ਜਿਹੜਾ ਵਾਧੂ, ਇੱਕ ਤਾਂ ਹੁੰਦਾ ਜਿਹੜਾ ਵੀ ਉਨੀ ਕੁ ਜਿਹੜੀ ਸੇਵਾ ਕਰਨੀ ਕਿ ਜਿੱਥੇ ਤੱਕ ਉਹਨਾਂ ਦੀ ਤਨਖਾਹ ਜਿੱਥੇ ਤੱਕ ਸੀਮਤ ਹੈ, ਪਰ ਉਹ ਇਹ ਅਧਿਆਪਕ ਇੱਕ ਹੋਣਾ, ਜਿਹੜਾ ਟੀਚਰ ਹੋਣਾ ਵੀ ਇੱਕ ਇਹੋ ਜਿਹਾ ਕਿੱਤਾ ਆ ਕਿ ਕਈ ਦਫਾ ਉਹ ਆਪਣੀ ਛਾਪ ਬਹੁਤ ਜ਼ਿਆਦਾ ਛੱਡ ਦਿੰਦੇ ਨੇ। ਸੋ ਮੇਰੇ ਜ਼ਿੰਦਗੀ ਦੇ ਵਿੱਚ ਵੀ ਇੱਦਾਂ ਹੀ ਹੋਇਆ। ਅਤੇ ਫਿਰ ਹੌਲੀ ਹੌਲੀ ਤਾਂ ਕਦੀ ਸੋਚਿਆ ਵੀ ਨਹੀਂ ਸੀ ਵੀ ਸਿਆਸਤ ਦਾ ਸਫ਼ਰ, MP ਦੀ ਤੁਸੀਂ ਗੱਲ ਕੀਤੀ ਆ, ਇਹ ਤਾਂ ਕਦੀ ਇਹ ਨਹੀਂ ਸੋਚਿਆ ਸੀ ਵੀ ਕਾਊਂਸਲਰ ਬਣਨਾ ਆ। ਇਹ ਮੇਰਾ ਜਿਹੜਾ ਟੀਚਾ ਸੀਗਾ ਉਹ ਆਪਣਾ ਕਾਰੋਬਾਰ ਸਥਾਪਿਤ ਕਰਨਾ ਸੀਗਾ ਮਾਤਾ ਪਿਤਾ ਦੇ ਵਾਂਗ। ਸੋ ਉਹੀ ਮੈਂ ਯੂਨੀਵਰਸਿਟੀ ਤੋਂ ਬਾਅਦ ਉਹ ਕੀਤਾ। 20 ਸਾਲ ਕੰਸਟਰਕਸ਼ਨ ਦੇ ਵਿੱਚ ਕੰਮ ਕੀਤਾ। ਪਰ ਹੌਲੀ ਹੌਲੀ ਮੈਂ ਫਿਰ ਜਿਹੜਾ ਸਿਆਸਤ ਦੇ ਵਿੱਚ ਇੱਦਾਂ ਹੋ ਗਿਆ ਵੀ ਮੈਂ ਲੇਬਰ ਪਾਰਟੀ, ਜੋ ਇੱਕ ਪ੍ਰਮੁੱਖ ਪਾਰਟੀ, ਜਿਹੜੇ 2 ਪ੍ਰਮੁੱਖ ਪਾਰਟੀਆਂ ਉੱਥੇ UK ਦੇ ਵਿੱਚ, ਉਹਨਾਂ ਦਾ ਮੈਂ ਮੈਂਬਰ ਸੀ ਯੂਨੀਵਰਸਿਟੀ ਤੋਂ ਬਾਅਦ ਵੀ। ਪਰ ਉਹ ਹੌਲੀ ਹੌਲੀ ਉਹਨਾਂ ਨੇ ਪਹੁੰਚ ਕੀਤੀ ਵੀ ਆਪਾਂ ਕਾਊਂਸਲਰ ਦੇ ਲਈ ਅਸੀਂ ਚਾਹੁੰਦੇ ਹਾਂ ਕਿ ਕੋਈ ਨਾ ਕੋਈ ਨੌਜਵਾਨ ਕੋਈ ਖੜ੍ਹਾ ਹੋਵੇ, ਦਸਤਾਰਧਾਰੀ ਹੋਵੇ। ਉੱਥੇ ਪਹਿਲੀ ਦਫਾ ਤਾਂ ਮੈਂ ਨਹੀਂ ਖੜ੍ਹਾ ਹੋਇਆ 2003 'ਚ, ਪਰ 2007 ਦੇ ਵਿੱਚ ਜਦੋਂ ਚੋਣ ਹੋਈ ਤਾਂ ਮੈਂ ਆਪਣੇ ਜੀਵਨ ਸਾਥੀ ਮਨਵੀਨ ਦੇ ਨਾਲ, ਆਪਣੇ ਮਾਤਾ ਪਿਤਾ ਸਰਦਾਰ ਜਸਪਾਲ ਸਿੰਘ ਜੀ ਢੇਸੀ, ਦਲਵਿੰਦਰ ਕੌਰ ਢੇਸੀ, ਉਹਨਾਂ ਦੇ ਨਾਲ ਗੱਲਬਾਤ ਜਦੋਂ ਕੀਤੀ ਸਾਰਿਆਂ ਨਾਲ, ਉਹ ਕਹਿੰਦੇ ਵੀ ਜ਼ਰੂਰ ਕਰਨਾ ਚਾਹੀਦਾ ਆ ਵੀ ਇਹਦੇ ਨਾਲ ਤੁਹਾਨੂੰ ਜਿਹੜਾ ਆਪਣੇ ਭਾਈਚਾਰੇ ਦੇ ਵਿੱਚ, ਕਮਿਊਨਿਟੀ ਦੇ ਵਿੱਚ ਜੋ ਯੋਗਦਾਨ ਆਪਣਾ ਜਿੰਨਾ ਵੀ ਥੋੜ੍ਹਾ ਬਹੁਤਾ ਪਾ ਸਕਦੇ ਆ, ਉਹ ਪਾਉਣ ਦਾ ਮੌਕਾ ਮਿਲਦਾ ਆ। ਸੋ ਉਦੋਂ ਕੀਤਾ। ਹੌਲੀ ਹੌਲੀ ਇਹ ਆਹਿਸਤਾ ਜਿਹੜਾ ਸਫ਼ਰ ਸੀਗਾ, 10 ਸਾਲ ਮੈਂ ਕਾਊਂਸਲਰ ਰਿਹਾ, ਮੇਅਰ ਵਜੋਂ ਸੇਵਾ ਨਿਭਾਈ, ਜੋ ਹਲਕੇ ਦਾ ਪਾਰਟੀ ਚੇਅਰਮੈਨ ਹੋਣ ਵਜੋਂ, ਕੈਬਨਿਟ ਮੈਂਬਰ ਵਜੋਂ ਸੇਵਾ ਨਿਭਾਉਂਦੇ ਹੋਏ। ਤਾਂ 2017 ਦੇ ਵਿੱਚ ਜੋ ਪਾਰਟੀ ਨੇ ਇੱਕ ਟਿਕਟ ਨਾਲ ਨਿਵਾਜਿਆ, ਜਿਸ ਇਲਾਕੇ ਦਾ ਮੈਂ ਜੰਮ ਪੜ ਲਿਆ, ਉੱਥੇ ਦਾ ਮੈਂਬਰ ਆਫ ਪਾਰਲੀਮੈਂਟ ਹੋਣਾ, ਮੈਂ ਸਮਝਦਾ ਕਿ ਕਦੀ ਮੈਂ ਤਾਂ ਕੀ ਮਾਪਿਆਂ ਨੇ ਕਦੀ ਸੋਚਿਆ ਨਹੀਂ ਹੋਣਾ ਕਿ ਜੇ ਸ਼ਹਿਰ ਦੇ ਵਿੱਚ ਆਪਾਂ ਇੰਨੇ ਲੰਬਾ ਪੈਂਡਾ ਤੈਅ ਕਰਕੇ ਉੱਥੇ ਆਏ ਹਾਂ, ਉਸੇ ਸ਼ਹਿਰ, ਉਸੇ ਇਲਾਕੇ ਦਾ ਮੈਂਬਰ ਆਫ ਪਾਰਲੀਮੈਂਟ ਸਾਡਾ ਬੱਚਾ ਹੋਊਗਾ। ਪਰ ਸੋ ਇਹ ਜਿਹੜਾ ਸਫ਼ਰ ਆ ਤਕਰੀਬਨ ਇੱਦਾਂ ਹੋਇਆ। ਇਹ ਦੱਸੋ ਕਿੰਨੀ ਕੁ ਤਿਆਰੀ ਕਰਨੀ ਪੈਂਦੀ? ਜਦੋਂ ਅਸੀਂ ਆਮ ਵੀਡੀਓ ਵਾਇਰਲਸ ਹੁੰਦੀਆਂ ਨੇ, ਦੇਖਦੇ ਹਾਂ ਵੀ ਤੁਹਾਡੀ ਤਿਆਰੀ ਬੜੀ ਜ਼ਬਰਦਸਤ ਹੁੰਦੀ ਹੈ। ਤੁਹਾਡੀ ਪੰਜਾਬੀ ਦੀ ਕਮਾਂਡ ਬੜੀ ਜ਼ਬਰਦਸਤ, ਇੰਗਲਿਸ਼ ਤਾਂ ਤੁਹਾਡੀ ਮਾਂ ਬੋਲੀ ਇੱਕ ਤਰ੍ਹਾਂ ਤੁਸੀਂ ਉੱਥੇ ਜੰਮੇ ਪਲੇ। ਕਿੰਨੀ ਕੁ ਤਿਆਰੀ ਕਰਨੀ ਪੈਂਦੀ ਹੈ? ਜੀ ਦੇਖੋ, ਇਹ ਮੈਂ ਸਮਝਦਾ ਹਾਂ ਕਿ ਬਹੁਤ ਜ਼ਰੂਰੀ ਹੈ। ਤੁਸੀਂ ਜੋ ਵੀ ਕੰਮ ਕਰੋ ਪੂਰੇ ਜਜ਼ਬੇ ਨਾਲ ਕਰੋ, ਪੂਰੀ ਘੋਖ ਪੜਤਾਲ ਕਰਕੇ ਕਰੋ। ਜੇ ਮੈਂਬਰ ਆਫ ਪਾਰਲੀਮੈਂਟ ਵਜੋਂ ਮੈਂ ਉਸ ਜ਼ਿੰਮੇਵਾਰੀ ਨੂੰ ਬਹੁਤ ਹੀ ਸੰਜੀਦਗੀ ਨਾਲ, ਗੰਭੀਰਤਾ ਦੇ ਨਾਲ ਲੈਂਦਾ ਹਾਂ ਕਿ ਉਹ ਇੱਕ ਇਹੋ ਜਿਹਾ ਨਹੀਂਗਾ ਵੀ ਆਪਾਂ ਕਿਸੇ ਇੱਥੇ ਟਾਊਨ ਹਾਲ ਦੇ ਵਿੱਚ ਜਾ ਕੇ ਬੋਲ ਦਈਏ, ਕਿਸੇ ਇੱਥੇ ਛੋਟੇ ਮੋਟੇ ਇਕੱਠ ਆ, ਉੱਥੇ ਜਦੋਂ ਤੁਸੀਂ ਇੱਕ ਇੱਕ ਲਫ਼ਜ਼ ਜਦੋਂ ਬੋਲਦੇ ਆ ਉਹ ਬਕਾਇਦਾ ਉੱਥੇ ਦਰਜ ਹੁੰਦਾ ਆ। ਸੋ ਮੈਨੂੰ ਇਸ ਗੱਲ ਦਾ ਇਲਮ ਹੈ ਕਿ 100 ਸਾਲ 200 ਸਾਲ ਪਹਿਲਾਂ ਕਿਸੇ ਮੈਂਬਰ ਆਫ ਪਾਰਲੀਮੈਂਟ ਨੇ ਕੀ ਕਿਹਾ, ਉੱਥੇ ਕਿਵੇਂ ਹੋਇਆ। ਸੋ ਜ਼ਿੰਮੇਵਾਰੀ ਨੂੰ ਮੁੱਖ ਰੱਖਦੇ ਹੋਇਆ ਮੈਂ ਤਾਂ ਹਮੇਸ਼ਾ ਇਹੀ ਕਰਦਾ ਹੁੰਦਾ ਹਾਂ ਵੀ ਕਿਸੇ ਵੀ ਵਿਸ਼ੇ ਬਾਰੇ, ਹੁਣ ਮੈਂ ਦਰਜਨਾਂ ਵਿਸ਼ਿਆਂ ਦੇ ਬਾਰੇ ਉੱਥੇ ਗੱਲਬਾਤ ਕੀਤੀ ਹੈ, ਚਾਹੇ ਉਹ ਸਲੋ ਦੇ ਨਾਲ ਸੰਬੰਧਿਤ ਹੋਣ, ਚਾਹੇ UK ਦੇ ਨਾਲ, ਚਾਹੇ ਯੂਰਪ ਦੇ ਨਾਲ, ਚਾਹੇ ਉਹ ਇੱਥੇ USA ਹੁਣ ਆਪਾਂ ਬੈਠੇ ਹਾਂ, ਚਾਹੇ ਇੱਥੇ ਇਹਦੇ ਨਾਲ, ਕੋਈ ਕੈਨੇਡਾ ਦੇ ਬਾਰੇ, ਕੋਈ ਇੰਡੀਆ ਦੇ ਬਾਰੇ, ਕੋਈ
ਕੋਈ ਵੀ ਜਿਹੜਾ ਮਸਲਾ, ਚਾਹੇ ਉਹ ਸਿੱਖ ਮਸਲੇ ਹੋਣ, ਪੰਜਾਬ ਪ੍ਰਤੀ ਮਸਲੇ ਹੋਣ, ਸਮੇਂ-ਸਮੇਂ ਤੋਂ ਜਿਸ ਤਰੀਕੇ ਦੀ ਬਹਿਸ ਚੱਲ ਰਹੀ ਹੋ, ਜਿਸ ਤਰੀਕੇ ਦਾ ਡਿਬੇਟ ਚੱਲ ਰਿਹਾ ਹੁੰਦਾ, ਉਹਦੇ ਬਾਰੇ ਪਹਿਲਾਂ ਤਾਂ ਪੂਰੀ ਜਾਣਕਾਰੀ ਪ੍ਰਾਪਤ ਕਰਨੀ। ਇਹਦੇ ਵਿੱਚ ਮੇਰੇ ਟੀਮ ਵੀ ਮੇਰਾ ਬਹੁਤ ਸਾਥ ਦਿੰਦੀ ਆ। ਉਹ ਅਲੱਗ-ਅਲੱਗ ਜਿਹੜੇ ਕਿਤਾਬਚੇ ਹੁੰਦੇ ਨੇ ਜਾਂ ਅਲੱਗ-ਅਲੱਗ ਜੋ ਚੀਜ਼ਾਂ ਦੇ ਬਾਰੇ ਜਿਹੜਾ ਧਿਆਨ ਆ ਮੇਰੇ ਤੱਕ ਲੈ ਕੇ ਆਉਂਦੇ ਨੇ। ਉਹ ਜਦੋਂ ਮੈਂ ਫਿਰ ਪੜ੍ਹਦਾ ਹਾਂ, ਫਿਰ ਮੈਨੂੰ ਇਸ ਗੱਲ ਦਾ ਇਲਮ ਹੁੰਦਾ ਵੀ ਤਕਰੀਬਨ ਮੇਰੀ ਰਾਏ ਕਿੱਥੇ ਬਣਦੀ ਆ। ਸੋ ਇਹ ਵਿਦਿਆਰਥੀ, ਇਤਿਹਾਸ ਦੇ ਵਿਦਿਆਰਥੀ ਹੋਣ ਦੇ ਨਾਤੇ ਤਾਂ ਮੈਂ ਬਹੁਤ ਸਮਾਂ ਪਹਿਲਾਂ ਹੀ ਸਿੱਖ ਗਿਆ ਸੀ ਕਿ ਤੁਸੀਂ ਕਿਸੇ ਵੀ ਚੀਜ਼ ਦੇ ਬਾਰੇ ਸਭ ਤੋਂ ਪਹਿਲਾਂ ਤਾਂ ਖੋਜ ਕਰੋ, ਤਾਂ ਜਦੋਂ ਤੁਹਾਨੂੰ ਪਤਾ ਲੱਗੇ ਤਾਂ ਫਿਰ ਉਹਦੇ ਬਾਰੇ ਗੱਲਬਾਤ ਕਰਨ ਦਾ ਜਿਹੜਾ ਮਜ਼ਾ ਹੁੰਦਾ, ਜਿਹੜਾ ਨਜ਼ਾਰਾ ਹੁੰਦਾ, ਉਹ ਅਲੱਗ ਹੀ ਹੁੰਦਾ ਆ। ਸੋ ਬੇਬਾਕ ਤਰੀਕੇ ਨਾਲ ਤਾਂ ਤੁਸੀਂ ਤਦ ਹੀ ਗੱਲ ਕਰ ਸਕਦੇ ਆ ਜੇ ਤੁਹਾਨੂੰ ਉਸ ਗੱਲ ਦੇ ਬਾਰੇ ਇਲਮ ਹੋਵੇ। ਸੋ ਇਹ ਜਿਹੜੀਆਂ ਚੀਜ਼ਾਂ ਮੈਂ ਸਮਝਦਾ ਕਿ ਬਹੁਤ ਜ਼ਰੂਰੀ ਆ। ਸੋ ਤੁਹਾਡੇ ਜਿਹੜੇ ਦਰਸ਼ਕ ਵੀ ਨੇ ਸਤਲੁਜ ਟੀਵੀ ਦੇ, ਜਾਂ ਮੈਂ ਜਿੰਨੇ ਵੀ ਦੁਨੀਆ ਭਰ ਦੇ ਵਿੱਚ ਜੋ ਦੇਖ ਰਹੇ ਨੇ ਔਨਲਾਈਨ ਵੀ, ਉਹਨਾਂ ਨੂੰ ਮੈਂ ਇਹੀ ਬੇਨਤੀ ਕਰੂੰਗਾ ਕਿ ਤੁਸੀਂ ਦੇਖੋ, ਬੱਚਿਆਂ ਨੂੰ ਜ਼ਰੂਰ ਜੋੜੋ ਆਪਣੀ ਪੰਜਾਬੀ ਮਾਂ ਬੋਲੀ ਦੇ ਨਾਲ। ਜੋ ਸਿੱਖ ਨੇ ਉਹ ਸਿੱਖੀ ਦੇ ਨਾਲ ਵੀ ਉਹਨਾਂ ਨੂੰ ਜੋੜਨ, ਗੁਰਬਾਣੀ ਦੇ ਨਾਲ ਜੋੜਨ। ਆਪਾਂ ਸਹੀ ਕਦਰਾਂ ਕੀਮਤਾਂ ਆਪਣੇ ਬੱਚਿਆਂ ਨੂੰ ਸਿਖਾਉਂਗੇ ਤਾਂ ਹੌਲੀ ਹੌਲੀ ਉਹ ਪਰਮਾਤਮਾ ਕਰੇ ਸਾਡੇ ਤੋਂ ਵੀ ਉਹ ਜੋ ਉੱਚੀਆਂ ਬੁਲੰਦੀਆਂ ਹਾਸਿਲ ਕਰੂਗੇ, ਚਾਹੇ ਉਹ ਕਾਰੋਬਾਰਕ ਤੌਰ 'ਤੇ ਆ, ਚਾਹੇ ਉਹ ਸਿਆਸੀ ਤੌਰ 'ਤੇ ਆ, ਚਾਹੇ ਉਹ ਮੀਡੀਆ ਦੇ ਖੇਤਰ ਦੇ ਵਿੱਚ ਆ, ਚਾਹੇ ਉਹ ਆਰਟਸ ਐਂਡ ਕਲਚਰ ਜਿਹੜੇ ਵੀ, ਚਾਹੇ ਆਪਾਂ ਕਹਿ ਲਈਏ ਵੀ ਸੱਭਿਆਚਾਰਕ ਤੌਰ 'ਤੇ ਵੀ ਬਹੁਤ ਵਿਅਕਤੀਆਂ ਦੀ ਬਹੁਤ ਵੱਡੀ ਦੇਣ ਹੁੰਦੀ ਆ। ਸੋ ਉਹ ਉਹਨਾਂ ਕਿੱਤਿਆਂ ਦੇ ਵੱਲੋਂ ਆਪਾਂ ਉਹਨਾਂ ਨੂੰ ਪ੍ਰੇਰਿਤ ਕਰੀਏ ਜਿੱਥੇ ਉਹਨਾਂ ਦੀ ਰੁਚੀ ਹੈਗੀ ਆ, ਕਿਉਂਕਿ ਸ਼ਾਇਦ ਉਹ ਕੁਛ ਇਹੋ ਜਿਹਾ ਕਰ ਦਿਖਾਉਣ ਜਿਹਦਾ ਆਪਾਂ ਕਦੀ, ਜਿਸ ਦੀ ਕਲਪਨਾ ਵੀ ਨਹੀਂ ਕੀਤੀ ਹੋਵੇ, ਵੀ ਜਿਹਦਾ ਆਪਾਂ ਕਦੀ ਸੋਚਿਆ ਵੀ ਨਾ ਹੋਵੇ ਕਿ ਇਹੋ ਜਿਹਾ ਵੀ ਸਾਡੇ ਪਰਿਵਾਰ 'ਚੋਂ ਕੋਈ ਇਹੋ ਜਿਹਾ ਬੱਚਾ ਕੁਛ ਕਰ ਸਕਦਾ। ਸੋ ਇਹੋ ਆਪਾਂ ਨੂੰ ਬੱਚਿਆਂ ਨੂੰ ਉਚੇਚੇ ਤੌਰ 'ਤੇ ਉਤਸ਼ਾਹਿਤ ਕਰਨਾ ਚਾਹੀਦਾ ਕਿ ਉਹ ਵਧੀਆ ਤੋਂ ਵਧੀਆ ਮੁਕਾਮ ਉਹ ਆਪਣੇ ਲਈ ਹਾਸਿਲ ਕਰਨ। ਕੋਈ ਇੱਕ ਅਭੁੱਲ ਯਾਦ ਜਿਹੜੀ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕਰਨਾ, ਵੀ ਜੇ ਤੁਸੀਂ MP ਬਣੇ ਹੋ ਅਤੇ ਸਤਿਗੁਰੂ ਸਾਹਿਬ ਨੇ ਤੁਹਾਡੇ 'ਤੇ ਕਿਰਪਾ ਕੀਤੀ ਵੀ ਤੁਸੀਂ MP ਬਣ ਕੇ ਉਹ ਕੰਮ ਕੀਤਾ ਜਿਹਦੇ ਤੁਸੀਂ ਪ੍ਰਾਊਡ ਕਰਦੇ ਹੋ। ਜੀ ਦੇਖੋ, ਅਲੱਗ-ਅਲੱਗ ਚੀਜ਼ਾਂ ਹੋਈਆਂ ਨੇ ਜਿੱਥੇ ਮੈਨੂੰ ਮਾਣ ਵੀ ਹੈਗਾ ਵੀ ਇਹ ਆਪਾਂ ਚੀਜ਼ਾਂ ਹਾਸਿਲ ਕਰ ਪਾਏ। ਕਈ ਦਫਾ ਇੱਦਾਂ ਆ ਵੀ ਹਲਕੇ ਦੇ ਵਿੱਚ ਮੈਨੂੰ ਲੋਕ ਮਿਲਣ ਆਉਂਦੇ ਨੇ, ਕਈ ਦਫਾ ਉਹ ਅਥਰੂ ਉਹਨਾਂ ਦੇ ਡਿੱਗ ਰਹੇ ਹੁੰਦੇ ਨੇ, ਕਈ ਦਫਾ ਉਹਨਾਂ ਕੋਲ ਕੋਈ ਘਰ ਨਹੀਂ ਹੁੰਦਾ, ਜਾਂ ਉਹ ਬਹੁਤ ਦੁੱਖ ਤਕਲੀਫ 'ਚੋਂ ਗੁਜ਼ਰ ਰਹੇ ਹੁੰਦੇ ਨੇ। ਜਦੋਂ ਆਪਾਂ ਕਈ ਦਫਾ ਉਹਨਾਂ ਦੀ ਮਦਦ ਕਰੀਦੀ ਆ ਤਾਂ ਬਾਅਦ 'ਚੋਂ ਉਹਨਾਂ ਦਾ ਧੰਨਵਾਦ ਜੋ ਦਿਲ ਦੀਆਂ ਗਹਿਰਾਈਆਂ 'ਚੋਂ ਮੈਨੂੰ ਦਿਸ ਰਿਹਾ ਹੁੰਦਾ ਉਹਨਾਂ ਦੀਆਂ ਅੱਖਾਂ 'ਚੋਂ, ਉਹਦੇ ਨਾਲ ਵੀ ਬਹੁਤ ਫਕਰ ਤਾਂ ਮਾਣ ਮਹਿਸੂਸ ਹੁੰਦਾ। ਤਾਂ ਮੈਨੂੰ ਸਗੋਂ ਤੋਂ ਹੋਰ ਬਲ ਮਿਲਦਾ ਆ ਕਿ ਅੱਗੇ ਤੋਂ ਵੀ ਵਧੀਆ ਤਰੀਕੇ ਨਾਲ ਸੇਵਾ ਕਰੀਏ, ਕਿਉਂਕਿ ਇਹ ਸਾਡਾ ਮੁੱਢਲਾ ਫਰਜ਼ ਆ। ਅਤੇ ਇਸ ਦੇ ਨਾਲ ਜੇ ਪਾਰਲੀਮੈਂਟ ਦੇ ਵਿੱਚ ਕਰੀਏ, ਦੇਖੋ ਅਨੇਕਾਂ ਭਾਸ਼ਣ ਦਿੱਤੇ ਨੇ ਪਾਰਲੀਮੈਂਟ ਦੇ ਅੰਦਰ ਵੀ ਬਾਹਰ ਵੀ, ਪਰ ਇੱਕ ਭਾਸ਼ਣ ਮੈਂ ਸਮਝਦਾ ਕਿ ਜਿਹੜਾ ਸਭ ਤੋਂ ਜ਼ਿਆਦਾ ਜੋ ਲੋਕਾਂ ਨੂੰ ਪਸੰਦ ਵੀ ਆ, ਜੋ ਜਿਹਦੇ ਕਹਿ ਲਓ ਵੀ ਅਰਬਾਂ ਜਿਹੜੇ ਬਿਲੀਅਨਸ ਆਫ ਵਿਊਜ਼ ਹੋ ਗਏ, ਅਤੇ ਉਹ ਬੇਸ਼ੱਕ 2019 ਦੇ ਵਿੱਚ ਸੀ ਕਿ ਜਦੋਂ ਉਸ ਮੌਕੇ ਦੇ ਪ੍ਰਧਾਨ ਮੰਤਰੀ ਨੂੰ ਜਵਾਬਦੇਹ ਬਣਾਉਣਾ, ਉਹਦੇ ਵਿੱਚ ਵੀ ਕਈ ਪਹਿਲੂ ਸੀ। ਜੇ ਮੈਂ ਸਮਝਦਾ ਕਿ ਇੱਕ ਦੁਨੀਆ ਭਰ ਦੇ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹ ਜਿਹੜਾ ਇਹ ਸਿੰਘ ਆ ਵੀ ਇਹ ਵੀ ਕੋਈ ਕਾਬਲੀਅਤ ਇਹਨਾਂ ਦੇ ਵਿੱਚ ਕੋਈ ਹੈਗੀ ਆ, ਤਾਂ ਇਹ ਸਾਰਿਆਂ ਦੇ ਲਈ ਆਵਾਜ਼ ਸਮੇਂ-ਸਮੇਂ 'ਤੇ ਉਠਾਉਂਦੇ ਨੇ। ਇਹ ਦੇਖੋ, ਸਿੱਖ ਭਾਈਚਾਰੇ ਦਾ ਇਹ ਬਹੁਤ ਖਾਸੀਅਤ ਹੈ ਕਿ ਆਪਣਾ ਜਿਹੜੀ ਗੁੱਡਵਿਲ ਜਿਹਨੂੰ ਕਹਿੰਦੇ ਹੁੰਦੇ ਵੀ ਇੱਕ ਜਿਹੜਾ ਪਿਆਰ ਆਪਾਂ ਉਹ ਖਿੱਚਦੇ ਹਾਂ ਹੋਰਨਾਂ ਲਈ, ਕਿਉਂਕਿ ਆਪਾਂ ਸਿਰਫ ਆਪਣੇ ਹੱਕਾਂ ਲਈ ਨਹੀਂ ਖੜ੍ਹਦੇ, ਆਪਾਂ ਹੋਰਨਾਂ ਦੇ ਹੱਕਾਂ ਲਈ ਵੀ ਖੜ੍ਹਦੇ ਹਾਂ, ਸਰਬਤ ਦੇ ਭਲੇ ਦੇ ਲਈ ਕਾਰਜ ਕਰਦੇ ਹਾਂ। ਸੋ ਉਹ ਜਿਹੜਾ ਭਾਸ਼ਣ ਸੀ, ਜਿਹੜੇ ਉਹ ਸਵਾਲ ਸੀ, ਉਦੋਂ ਪ੍ਰਧਾਨ ਮੰਤਰੀ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਉਹ ਜਿਹੜੇ ਉਹਨਾਂ ਨੇ ਬਹੁਤ ਹੀ ਜਿਹੜੀ ਮਾੜੀ ਸ਼ਬਦਾਵਲੀ ਵਰਤੀ ਸੀ, ਉਹ ਕਿਸੇ ਇੱਕ ਕਮਿਊਨਿਟੀ ਲਈ ਸੀ, ਕਿਸੇ ਇੱਕ ਭਾਈ ਉਹਨੂੰ ਦੇਖੋ ਉਹਨਾਂ ਨੇ ਮੁਸਲਿਮ ਔਰਤਾਂ ਦੇ ਪ੍ਰਤੀ ਮਾੜੀ ਸ਼ਬਦਾਵਲੀ ਵਰਤੀ ਸੀ ਕਿ ਦੇਖੋ ਇਹ ਲੱਗਦੇ ਇੱਦਾਂ ਜਿੱਦਾਂ ਵੀ ਕੋਈ ਡਾਕੂ ਹੁੰਦੇ ਨੇ ਬੈਂਕ ਦੇ, ਜਾਂ ਕੋਈ ਲੈਟਰ ਬਾਕਸ ਆ ਵੀ ਜਿੱਥੇ ਆਪਾਂ ਚਿੱਠੀ ਪਾਈ ਦੀ ਆ, ਵੀ ਇੱਦਾਂ ਦੀ ਮਾੜੀ ਸ਼ਬਦਾਵਲੀ ਉਹਨਾਂ ਨੇ ਉਹਨਾਂ ਪ੍ਰਤੀ ਵਰਤੀ, ਉਹਨਾਂ ਦੇ ਪਹਿਰਾਵੇ ਕਰਕੇ ਵੀ ਜੇ ਕੋਈ ਨਿਕਾਬ ਪਾਉਂਦਾ ਜਾਂ ਹਿਜਾਬ ਪਾਉਂਦਾ। ਸੋ ਤਦੀ ਮੈਂ ਪਾਰਲੀਮੈਂਟ ਦੇ ਵਿੱਚ ਖੜ੍ਹ ਕੇ ਇਹੀ ਗੱਲ ਆਖੀ ਸੀ ਕਿ ਦੇਖੋ ਸਪੀਕਰ ਸਾਹਿਬ, ਚਾਹੇ ਮੈਂ ਦਸਤਾਰ ਪਾਉਣਾ ਚਾਹਵਾਂ ਜਾਂ ਤੁਸੀਂ ਕ੍ਰੋਸ ਪਾਵੋ, ਜਾਂ ਕੋਈ ਹੋਰ ਆਪਣੇ ਇੱਥੇ ਯਹੂਦੀ ਜਿਹੜੇ ਜੂਇਸ਼ ਵੀਰ ਆ ਵੀ ਉਹ ਕਿੱਪਾ ਜਿਹੜੀ ਸਕਲ ਕੈਪ ਹੁੰਦੀ ਆ ਵੀ ਉਹ ਪਾਉਣ, ਜਾਂ ਕੋਈ ਇੱਥੇ ਮੁਸਲਿਮ ਹਿਜਾਬ ਜਾਂ ਨਕਾਬ ਪਾਉਣ। ਇਹਦਾ ਮਤਲਬ ਇਹ ਬਣ ਗਿਆ ਕਿ ਜਿੰਨੇ ਵੀ ਇੱਥੇ MP ਨੇ ਉਹ ਜੋ ਮਰਜ਼ੀ ਅਵਾ ਤਵਾ ਬੋਲੀ ਜਾਣ, ਕਿ ਉਹਨਾਂ ਨੂੰ ਓਪਨ ਲਾਇਸੈਂਸ ਮਿਲ ਗਿਆ। ਤਾਂ ਫਿਰ ਮੈਂ ਕਿਹਾ ਵੀ ਦੇਖੋ ਜਿਹੜੇ ਮੇਰੇ ਵਰਗੇ ਨੇ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ
ਜਿਨ੍ਹਾਂ ਨੂੰ ਸਾਹਮਣਾ ਕਰਨਾ ਪਿਆ ਆ, ਕਿਉਂਕਿ ਸਾਡੀ ਵੱਖਰੀ ਪਹਿਚਾਣ ਹੈ ਸਿੱਖਾਂ ਦੀ। ਇੱਕ ਇਹੋ ਜਿਹਾ ਬੱਚਾ ਵੀ ਸਾਡੇ ਸਕੂਲ ਜਿਹਨੇ ਇਹ ਪੱਗ ਮੇਰੀ ਲਾਉਣ ਦੀ ਵੀ ਕੋਸ਼ਿਸ਼ ਕੀਤੀ ਸੀਗੀ ਉੱਥੇ। ਤਾਂ ਮੈਂ ਕਿਹਾ ਸਾਨੂੰ ਤਾਂ ਇੱਦਾਂ ਦੇ, ਚਾਹੇ ਕਈ ਲੋਕੀ ਤਾਲਿਬਾਨ ਕਹਿ ਕੇ ਵੀ ਸਾਨੂੰ ਮਾੜੇ ਤਰੀਕੇ ਨਾਲ ਜਿਹੜਾ ਵਤੀਰਾ ਕੀਤਾ ਆ, ਕੁਛ ਸਾਨੂੰ ਇੱਦਾਂ ਕਹਿੰਦੇ ਲੈ ਲਓ ਜੀ ਇਹ ਕੱਪੜਾ ਕਿੱਦਾਂ ਦਾ ਪਾਇਆ ਹੋਇਆ ਆਪਣੇ ਸਿਰ 'ਤੇ, ਉਹ ਸਾਨੂੰ ਮਾੜੀਆਂ ਅੱਖਾਂ ਦੇ ਨਾਲ ਜਿਹੜਾ ਉਹਨਾਂ ਦੀ ਜਿਹੜਾ ਦ੍ਰਿਸ਼ਟੀ ਉਹਨਾਂ ਦੀ ਇੱਦਾਂ ਦੀ ਆ। ਮੈਂ ਕਿਹਾ ਸਾਨੂੰ ਉਹਨਾਂ ਚੀਜ਼ਾਂ ਦਾ ਸਾਹਮਣਾ ਕਰਨਾ ਪਿਆ। ਸੋ ਸਾਡੇ ਵਰਗਿਆਂ ਨੂੰ ਪੂਰਾ ਗਿਆਨ ਆ ਵੀ ਇੱਕ ਇਲਮ ਆ ਉਸ ਚੀਜ਼ ਦਾ ਕਿ ਜਦੋਂ ਤੁਸੀਂ ਕਿਸੇ ਦੇ ਖਿਲਾਫ ਨਫ਼ਰਤ ਪ੍ਰਤੀ ਜਿਹੜਾ ਵਤੀਰਾ ਸ਼ਬਦਾਵਲੀ ਵਰਤਦੇ ਆ ਤਾਂ ਕਿਸ ਹੱਦ ਤੱਕ ਉਹਨਾਂ ਨੂੰ ਉਹ ਡੂੰਘਾ ਜਿਹੜਾ ਉਹਦਾ ਅਸਰ ਹੁੰਦਾ ਆ। ਸੋ ਫਿਰ ਮੈਂ ਪ੍ਰਧਾਨ ਮੰਤਰੀ ਨੂੰ ਆੜੇ ਹੱਥ ਲੈਂਦਾ ਲਿਆ ਕਿ ਦੇਖੋ ਤੁਸੀਂ ਕਦੋਂ ਮਾਫ਼ੀ ਮੰਗੋਗੇ, ਕਿਉਂਕਿ ਤੁਹਾਡੇ ਜਿਹੜੇ ਇਹ ਕੌੜੇ ਜਿਹੜੇ ਸ਼ਬਦ ਸੀ ਇਹਨਾਂ ਦੇ ਨਾਲ ਜਿਹੜਾ ਨਸਲੀ ਜਿਹੜਾ ਵਿਤਕਰਾ ਆ, ਹੇਟ ਕ੍ਰਾਈਮ ਆ, ਉਹਦੇ ਵਿੱਚ ਬਹੁਤ ਸਾਰਾ ਵਾਧਾ ਆਇਆ। 375% ਦੀ ਜੋ 375% ਇਨਕਰੀਸ ਇਨ ਹਾਈ ਕ੍ਰਾਈਮ 'ਤੇ ਉਹਦੇ ਖਿਲਾਫ ਤੁਸੀਂ ਕਦੋਂ ਆਪਣੇ ਸ਼ਬਦਾਂ ਨੂੰ ਵਾਪਸ ਮੁੜ ਲੈਂਦੇ ਹੋਏ ਉਹਨਾਂ ਸਾਰੀਆਂ ਬੀਬੀਆਂ ਤੋਂ ਤੁਸੀਂ ਮਾफ़ੀ ਮੰਗੋਗੇ? ਤਾਂ ਮੈਨੂੰ ਇਹ ਦੱਸੋ ਕਿ ਤੁਸੀਂ ਇੰਡੀਪੈਂਡੈਂਟ ਇਨਕੁਆਇਰੀ ਜੋ ਤੁਸੀਂ ਜਿਹੜਾ ਵਾਅਦਾ ਕੀਤਾ ਸੀਗਾ ਵੀ ਉਹਦੇ ਬਾਰੇ ਤੁਸੀਂ ਕਦੋਂ, ਇਸਲਾਮੋਫੋਬ ਦੇ ਬਾਰੇ ਇਨਕੁਆਇਰੀ ਕਦੋਂ ਤੁਸੀਂ ਬਿਠਾਓਗੇ? ਉਹ ਤਾਂ ਮੈਂ ਹੈਰਾਨ ਹੀ ਰਹਿ ਗਿਆ ਕਿ ਉੱਥੇ ਪਾਰਲੀਮੈਂਟ ਦੇ ਵਿੱਚ ਸਾਡੇ ਕੋਈ ਤਾੜੀਆਂ ਨਹੀਂ ਮਾਰਦਾ। ਜਿਵੇਂ ਆਪਾਂ ਗੁਰੂ ਘਰ ਦੇ ਵਿੱਚ ਕੋਈ ਇਹ ਆਪਣੀ ਪਰੰਪਰਾ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਆਪਾਂ ਤਾੜੀਆਂ ਨਹੀਂ ਮਾਰਨੀਆਂ, ਉਹ ਪਾਰਲੀਮੈਂਟ ਦੇ ਵਿੱਚ ਵੀ ਸਾਡੇ ਇੱਦਾਂ। ਪਰ ਉਹ ਇੱਕ ਦਫਾ ਨਹੀਂ, ਉਹ 2 ਵਾਰੀ ਜਦੋਂ ਤਾੜੀਆਂ ਵੱਜੀਆਂ ਤਾਂ ਉਹ ਥੋੜ੍ਹਾ ਮੈਂ ਵੀ ਚੌਂਕ ਗਿਆ। ਪਰ ਉਹ ਜਦੋਂ ਅੱਗ ਵਾਂਗ ਉਹ ਸੁਨੇਹਾ ਫੈਲਿਆ ਕਿ ਯਾਰ ਇਹ ਨਜ਼ਾਰਾ ਆ ਗਿਆ ਕਿ ਬੰਦਾ ਸਾਡਾ ਖੜਾ ਹੋਇਆ, ਉਹ 'ਚ ਅਲੱਗ-ਅਲੱਗ ਜਿਹੜੇ ਵਿਸ਼ਿਆਂ ਦਾ ਕਿਸ ਤਰੀਕੇ ਨਾਲ ਸੁਮੇਲ ਉਹ 1.5 ਮਿੰਟ ਦੇ ਵਿੱਚ ਤਾਂ ਨਿਚੋੜ ਕਿੱਦਾਂ ਕੱਢ ਹੋਇਆ ਉਸ ਗੱਲ ਦਾ। ਅਤੇ ਪਰਮਾਤਮਾ ਦੀ ਕਿਰਪਾ ਨਾਲ ਜੋ ਮੈਂ ਕਹਿਣਾ ਚਾਹੁੰਦਾ ਸੀ ਉਹ ਤਕਰੀਬਨ ਜ਼ੁਬਾਨ 'ਤੇ ਆ ਗਿਆ। ਤੁਸੀਂ ਗੱਲ ਕੀਤੀ ਸੀ ਘੋਕ ਪੜਤਾਲ ਦੀ, ਬਹੁਤ ਸੋਚ ਸਮਝ ਕੇ ਮੈਂ ਸੋਚਿਆ ਸੀਗਾ ਵੀ ਇਹਨਾਂ ਦੇ ਹੱਕ ਦੇ ਵਿੱਚ ਖੜਨਾ, ਕਿਉਂਕਿ ਸਾਨੂੰ ਸਾਲ ਕੁ ਹੋ ਗਿਆ ਸੀਗਾ ਉਹਨਾਂ ਨੂੰ ਚਿੱਠੀਆਂ ਭੇਜਦਿਆਂ ਨੂੰ ਵੀ ਕਦੋਂ ਤੁਸੀਂ ਮਾफ़ੀ ਮੰਗਣੀ ਆ। ਉਹ ਇਤਫਾਕ ਦੇ ਨਾਲ ਮੇਰਾ ਨੰਬਰ ਜਿਹੜਾ ਹੁੰਦਾ, ਕਿਉਂਕਿ ਤੁਸੀਂ ਪਾਰਲੀਮੈਂਟ ਉਹਦੇ ਨਹੀਂ ਬੋਲ ਸਕਦੇ, ਸਪੀਕਰ ਸਾਹਿਬ ਦੀ ਇਜਾਜ਼ਤ ਨਾਲ ਹੀ ਬੋਲ ਸਕਦੇ ਹਾਂ। ਸੋ 15 ਵਿਅਕਤੀਆਂ ਦੇ ਵਿੱਚ ਉਹ ਜਦੋਂ ਮੈਨੂੰ ਪਤਾ ਲੱਗਾ ਵੀ ਕੱਲ੍ਹ ਪਰਸੋਂ ਤੁਹਾਡਾ ਵੀ ਸਵਾਲ ਦਾ ਸਮਾਂ ਆਇਆ, ਫਿਰ ਮੈਂ ਸੋਚਿਆ ਵੀ ਕਿਹੜੀ ਚੀਜ਼ ਜਿਹਦੇ ਬਾਰੇ ਮੈਂ ਜ਼ਿਕਰ ਕਰਨਾ ਚਾਹੁੰਦਾ ਹਾਂ। ਤਾਂ ਫਿਰ ਉਦੋਂ ਮੈਂ ਇਹ ਵਿਸ਼ਾ ਆਪਣੇ ਦਿਮਾਗ ਦੇ ਵਿੱਚ ਜਦੋਂ ਸੋਚਿਆ ਵੀ ਕਿਸ ਤਰੀਕੇ ਨਾਲ ਉਹ ਭਾਸ਼ਣ ਦੇਣਾ ਆ, ਸਵਾਲ ਜਵਾਬ ਕਿਸ ਤਰੀਕੇ ਨਾਲ ਹੋਣਾ ਚਾਹੀਦਾ। ਸੋ ਇਹਦੇ ਨਾਲ ਮੈਂ ਸਮਝਦਾ ਹਾਂ ਕਿ ਸਲੋ ਹਲਕਾ ਨਿਵਾਸੀਆਂ ਨੂੰ ਵੀ ਬਹੁਤ ਸਾਰਾ ਫ਼ਖਰ ਤਾਂ ਮਾਣ ਹੋਇਆ, ਜੋ ਸਾਡੇ ਮਾਤਾ ਪਿਤਾ ਨੂੰ, ਬਜ਼ੁਰਗਾਂ ਨੂੰ ਵੀ ਹੋਇਆ, ਪਰ ਆਵਾਮ ਨੂੰ ਦੁਨੀਆ ਭਰ ਦੇ ਵਿੱਚ ਉਹਨਾਂ ਨੂੰ ਪਤਾ ਲੱਗ ਗਿਆ, ਇੱਕ ਨਵੀਂ ਪਹਿਚਾਣ ਬਣ ਗਈ। ਸਾਡੇ ਉਹ ਤਾਂ ਮੈਂ ਦੇਖਿਆ ਵੀ ਜਿਹੜਾ ਸੋਸ਼ਲ ਮੀਡੀਆ ਉੱਥੇ ਇਸ ਕਰਕੇ ਤਕਰੀਬਨ ਜਿੰਨੇ ਵੀ ਸਾਡੇ ਭਾਸ਼ਣ ਹੁੰਦੇ ਆ ਉੱਥੇ ਪਾਰਲੀਮੈਂਟ ਜਿਹੜੀ ਮੇਰੀ ਟੀਮ ਹੈ ਉਹ ਹਮੇਸ਼ਾ ਕਲਿੱਪ ਕਰਕੇ ਤਾਂ ਉੱਥੇ ਸਬ ਟਾਈਟਲ ਲਾ ਕੇ ਤਾਂ ਉੱਥੇ ਫੇਸਬੁੱਕ, ਟਵਿੱਟਰ ਆ, ਇੰਸਟਾਗ੍ਰਾਮ, ਯੂਟਿਊਬ ਜਿਹੜਾ @10 ਢੇਸੀ 'ਤੇ ਉੱਥੇ ਲਾ ਦਿੰਦੇ ਆ। ਤਾਂ ਇਹ ਜਿੱਦਾਂ ਕਹਿ ਲਓ ਵੀ ਅੱਗ ਵਾਂਗ ਫੈਲੀ ਹੈ। ਤਾਂ ਸਾਨੂੰ ਪਤਾ ਨਹੀਂ ਲੱਗਾ 1000 ਤੋਂ ਵੱਧ ਈਮੇਲਾਂ ਆ ਗਈਆਂ ਇੱਕੋ ਦਿਨ 'ਚ। ਜਿਹੜੇ ਧੰਨਵਾਦ ਕੀਤਾ ਖਾਸ ਤੌਰ 'ਤੇ ਉਹ ਮੁਸਲਿਮ ਵੀਰਾਂ ਭੈਣਾਂ ਨੇ ਕਿ ਵੀ ਸਾਨੂੰ ਬਹੁਤ ਬਹੁਤ ਖੁਸ਼ੀ ਹੋ ਕਿ ਤੁਸੀਂ ਸਾਡੇ ਹੱਕਾਂ ਲਈ ਖੜ੍ਹੇ ਆ। ਕਈ ਦਫਾ ਇੱਦਾਂ ਸੁਨਾਮ ਸਾਹਿਬ ਹੋਇਆ ਕਿ ਉਸ ਭਾਸ਼ਣ ਤੋਂ ਬਾਅਦ ਵੀ ਮੈਂ ਆਮ ਜਿੱਦਾਂ ਵਿਚਰ ਰਿਹਾ ਹੁੰਦਾ ਆ ਲੰਡਨ ਦੇ ਵਿੱਚ, ਬਰਮਿੰਘਮ ਜਾਂ ਹੋਰ ਕਈ ਦੇਸ਼ਾਂ 'ਚ, ਤਾਂ ਉਹ ਕਈ ਦਫਾ ਉਹ ਮੁਸਲਿਮ ਔਰਤਾਂ ਆਪ ਅਥਰੂ ਉਹਨਾਂ ਦੇ ਵਗ ਰਹੇ ਹੁੰਦਾ, ਕਹਿੰਦੇ ਵੀ ਸਾਡੇ ਲਈ ਸਾਡਾ ਇਹ ਭਰਾ ਖੜਾ ਹੋਇਆ, ਸਾਨੂੰ ਬਹੁਤ ਹਾਂ ਦਾ ਨਾਰਾ ਮਾਰਿਆ ਵੀ ਜਿਹੜਾ ਬੰਦਾ ਜਿਹਦੇ ਕਰਕੇ ਸਾਡੇ ਕੋਈ ਟਮਾਟਰ, ਕੋਈ ਅੰਡੇ ਸਾਡੇ 'ਤੇ ਸਿੱਟੇ ਗਏ, ਸਾਡੇ ਪਹਿਰਾਵੇ ਕਰਕੇ, ਵੀ ਤੁਸੀਂ ਜੋ ਸਾਡੇ ਲਈ ਆਵਾਜ਼ ਚੱਕੀ ਆ, ਬਹੁਤ ਬਹੁਤ ਧੰਨਵਾਦੀ ਹਾਂ। ਤਾਂ ਸਿੱਖ ਤੁਸੀਂ ਬਹੁਤ ਵਧੀਆ ਬੰਦੇ ਆ। ਤਾਂ ਇਹ ਭਾਈਚਾਰੇ ਦਾ ਨਾਮ ਇਹ ਭਾਈਚਾਰਕ ਸਾਂਝ ਇੱਦਾਂ ਬਣ ਜਾਂਦੀ ਆ ਵੀ ਜਦੋਂ ਆਪਾਂ ਕਿਸੇ ਹੋਰ ਦੇ ਹੱਕਾਂ ਲਈ ਖੜਦੇ ਹਾਂ। ਬਹੁਤ ਧੰਨਵਾਦ ਜੀ, ਤੁਸੀਂ ਸਾਡੇ ਲਈ ਸਮਾਂ ਕੱਢਿਆ। ਅਸੀਂ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹਾਂ। ਅਮਰੀਕਾ ਦੀ ਧਰਤੀ 'ਤੇ ਆ ਕੇ ਵੀ ਤੁਸੀਂ, ਬੇਸ਼ੱਕ ਤੁਹਾਡਾ ਇੱਕ ਨਿੱਜੀ ਫੰਕਸ਼ਨ ਸੀਗਾ, ਪਰ ਉਸ ਤੋਂ ਆ ਕੇ ਵੀ ਤੁਸੀਂ ਕਮਿਊਨਿਟੀ ਭਾਈਚਾਰੇ ਦੇ ਲੋਕਾਂ ਨੂੰ ਮਿਲ ਰਹੇ ਹੋ। ਸਤਲੁਜ ਟੀਵੀ ਲਈ ਤੁਸੀਂ ਵਿਸ਼ੇਸ਼ ਟਾਈਮ ਕੱਢਿਆ, ਉਹਦੇ ਲਈ ਅਸੀਂ ਤੁਹਾਡਾ ਸ਼ੁਕਰ। ਦੇਖੋ ਇਹ ਵੀ ਮੈਂ ਜੇ ਕਹੂੰਗਾ ਵੀ ਸਾਡੇ ਜਿਹੜੇ ਫੁੱਫੜ ਜੀ ਆ ਸਰਦਾਰ ਮੱਖਣ ਸਿੰਘ ਜੀ ਜੱਟੂ, ਉਹਨਾਂ ਦੇ ਸਪੁੱਤਰ ਅਮਰਪ੍ਰੀਤ ਦੇ ਵਿਆਹ 'ਤੇ ਜਦੋਂ ਮੈਂ ਆਇਆ, ਉਹਨਾਂ ਨੇ ਹੁਕਮ ਕੀਤਾ ਵੀ ਸਾਡੇ ਬਹੁਤ ਹੀ ਨਜ਼ਦੀਕੀ ਮਿੱਤਰ ਸੱਜਣ ਸੁਨਾਮ ਸਾਹਿਬ ਵੀ ਇੱਥੇ ਨੇ। ਆਪਾਂ ਚਲੋ ਪਹਿਲਾਂ ਵੀ ਆਪਣੀ ਇੰਟਰਵਿਊ ਮੈਨੂੰ ਪਤਾ ਔਨਲਾਈਨ ਹੋਈ ਸੀ ਜਦੋਂ ਮੈਂ UK ਦੇ ਵਿੱਚ ਸੀ। ਆਪਾਂ ਇੱਥੇ ਆ ਕੇ ਚਲੋ ਆਪਣੀ ਮੁਲਾਕਾਤ ਖੁਦ ਵੀ ਹੋ ਗਈ। ਅਤੇ ਤੁਸੀਂ ਜੋ ਪੱਤਰਕਾਰੀ ਦੀ ਜਿਹੜੀ ਇੱਥੇ ਸੇਵਾ ਨਿਭਾ ਰਹੇ ਹੋ ਸੁਨਾਮ ਸਾਹਿਬ,
ਤੁਸੀਂ ਵੀ ਵਧਾਈ ਦੇ ਪਾਤਰ ਹੋ। ਇੱਦਾਂ ਹੀ ਲੋਕਾਂ ਨੂੰ ਪੰਜਾਬ ਦੇ ਨਾਲ, ਪੰਜਾਬੀ ਦੇ ਨਾਲ, ਪੰਜਾਬੀਅਤ ਦੇ ਨਾਲ, ਪੰਜਾਬੀ ਮਸਲਿਆਂ ਦੇ ਨਾਲ ਜੋੜੀ ਰੱਖੋ। ਅਤੇ ਇਹ ਸੰਖੇਪ ਜੀ ਫੇਰੀ ਦੇ ਵਿੱਚ ਮੈਂ ਜਿਹੜੇ ਕੈਲੀਫੋਰਨੀਆ ਦੇ ਨਿਵਾਸੀ ਨੇ, ਇੱਥੇ ਕਈ ਸ਼ਹਿਰਾਂ ਦੇ ਵਿੱਚ ਦਾਸ ਨੂੰ ਜਾਣ ਦਾ ਮੌਕਾ ਮਿਲਿਆ। ਬਹੁਤ ਬਹੁਤ ਤੁਸੀਂ ਵਧਾਈ ਦੇ ਪਾਤਰ ਹੋ। ਤਾਂ ਪਰਮਾਤਮਾ ਤੁਹਾਨੂੰ ਹੋਰ ਤਰੱਕੀਆਂ ਬਖਸ਼ਣ ਅਤੇ ਤੁਸੀਂ ਕਾਰੋਬਾਰਕ ਤੌਰ 'ਤੇ, ਪਰ ਇਹ ਜ਼ਰੂਰੀ ਆ ਵੀ ਆਪਾਂ ਜਿਹੜੀ ਅਗਲੀ ਪੀੜ੍ਹੀ ਨੂੰ ਜ਼ਰੂਰ ਸੰਭਾਲੋ। ਤੁਸੀਂ ਪੈਸਿਆਂ ਦੇ ਤੌਰ 'ਤੇ ਆਪਾਂ ਅੱਗੇ ਵਧਣਾ ਆ, ਪਰ ਇਹਦੇ ਨਾਲ ਨਾਲ ਧਾਰਮਿਕ ਤਾਂ ਸਮਾਜਿਕ ਪੱਖੋਂ ਬੱਚਿਆਂ ਨੂੰ ਪੰਜਾਬ ਤਾਂ ਪੰਜਾਬੀਅਤ ਦੇ ਨਾਲ, ਤਾਂ ਜਿਹੜੇ ਪੰਜਾਬੀ ਵੀਰ ਭੈਣ ਜਿਹੜੇ ਸਿੱਖ ਨੇ ਉਹ ਸਿੱਖੀ ਦੇ ਨਾਲ ਵੀ ਬੱਚਿਆਂ ਨੂੰ ਜੋੜਨ, ਤਾਂ ਕਿ ਆਪਾਂ ਗੁਰਬਾਣੀ ਦਾ ਜਿਹੜਾ ਸੰਦੇਸ਼ ਆ ਉਹ ਵੀ ਗ੍ਰਹਿਣ ਕਰਕੇ ਤਾਂ ਆਪਣੀ ਜ਼ਿੰਦਗੀ ਨੂੰ ਹੋਰ ਸਫਲਾ ਬਣਾਈਏ। ਤਾਂ ਬਹੁਤ ਬਹੁਤ ਮੈਨੂੰ ਖੁਸ਼ੀ ਹੋਈ ਤਾਂ ਤੁਹਾਡੇ ਨਾਲ ਵੀ ਮੁਲਾਕਾਤ ਕਰਕੇ। ਬਹੁਤ ਮਿਹਰਬਾਨੀ ਤੁਹਾਡੀ। ਤੁਸੀਂ ਦੇਖਦੇ ਰਹੋ ਸਤਲੁਜ ਟੀਵੀ। ਮੈਂ ਹਰਪਾਲ ਸਿੰਘ ਸੁਨਾਮ, ਮੇਰੇ ਨਾਲ ਕੈਮਰਾਮੈਨ ਦੀ ਜੋ ਸੇਵਾ ਕਰ ਰਹੇ ਸਨ ਮੇਰੇ ਵੀਰ ਸਿਮਰਨਜੋਤ ਸਿੰਘ। ਬਹੁਤ ਧੰਨਵਾਦ।